ਜਦ ਕੁਰਬਾਨੀ ਦੇਣ ਵਾਲਿਆਂ ਦੇ ਪਰਿਵਾਰਾਂ ਨੂੰ ਭਟਕਣਾ ਪਵੇ ਜਾਂ ਦੇਸ਼ ਲਈ ਜੰਗ ਲੜਨ ਵਾਲਿਆਂ ਨੂੰ ਰਿਟਾਇਰਮੈਂਟ ਤੋਂ ਬਾਅਦ ਭਟਕਣਾ ਪਵੇ ਤਾਂ ਅਫਸੋਸ ਤਾਂ ਜ਼ਰੂਰ ਹੁੰਦਾ ਹੈ। मैं 1965-71 ਦੀ ਲੜਾਈ ਖੁਦ ਲੜੀ ਹੈ ਕਿਉਂਕਿ ਮੈਂ ਐਕਸ 에ਅਰਫੋਰਸ ਸੇ ਪ੍ਰੈਜ਼ੈਂਟਲੀ ਐਡਵੋਕੇਟ ਹੈ। ਅਸੀਂ ਸਾਨੂੰ ਦੇਖੋ ਕਿੰਨੇ ਸਾਲ ਹੋ ਗਏ 50-55 ਸਾਲ ਹੋ ਗਏ ਗਵਰਨਮੈਂਟ ਨੇ ਕੋਈ ਸਾਡੀ ਬਾਹ ਨਹੀਂ ਫੜੀ। ਸਾਨੂੰ ਧਰਨਾ ਲਾਣਾ ਪਿਆ ਸੀ ਕਿ ਆਪਣੇ ਬਾਦਲ ਸਾਹਿਬ ਦੀ ਕੋਠੀ ਦੇ ਮੂਹਰੇ ਉਹਨਾਂ ਨੇ ਸਾਡੀ ਡਿਮਾਂਡ ਮੰਨ ਲਈ ਸੀ ਕਿ ਤੁਹਾਨੂੰ 10-10 ਏਕੜ ਜ਼ਮੀਨ ਦੇਵਾਂਗੇ, ਲੇਕਿਨ ਫਿਰ ਉਹਨਾਂ ਨੇ ਬਹਾਨਾ ਲਾਇਆ ਕਿ ਤੁਹਾਨੂੰ ਜ਼ਮੀਨ ਦੇ ਦਈਏ ਪਰ ਤੁਹਾਡੀ ਛੱਡਣੀ ਨਹੀਂ ਗਵਰਨਮੈਂਟ ਨੇ। ਅਸੀਂ ਰਿਕੁਐਸਟ ਕਰਦੇ ਹਾਂ ਕਿ ਇਸ ਗਵਰਨਮੈਂਟ ਨੂੰ ਕਿ 10 ਕਿੱਲੇ ਜ਼ਮੀਨ ਸਾਨੂੰ ਦੇ ਕੇ ਸਾਰਿਆਂ ਦਾ ਇੱਜ਼ਤ ਕਰੇ। ਤਾਜ਼ਾ ਜੰਮਿਆ ਦੇਖਦੇ ਹਾਂ ਕੌਣ ਹੈਗਾ, ਜਿਹੜਾ ਕੋਈ ਤਾਜ਼ਾ ਸ਼ਹੀਦ ਹੋਇਆ ਉਹਨੂੰ ਦੇ ਰਹੇ ਹਾਂ। ਸਾਡਾ ਤਾਂ 50 ਸਾਲ ਦਾ ਜੇ ਹਰਜਾਨਾ ਹੀ ਲਾ ਲਓ ਤੁਸੀਂ, 10 ਕਿੱਲਿਆਂ ਦਾ ਠੇਕਾ ਕਿੰਨਾ ਹੋ ਗਿਆ। ਕੁਛ ਬਹੁਤ ਹੀ ਗਰੀਬ ਪਰਿਵਾਰ ਹੈ, ਜੇ ਉਹਨਾਂ ਨੂੰ 10 ਕਿੱਲੇ ਉਸ ਟਾਈਮ ਮਿਲ ਜਾਂਦੇ ਤਾਂ ਉਹਨਾਂ ਦੀ ਇਕਨੋਮਿਕ ਸਟੇਟਸ ਕਿੱਥੇ ਚਲਾ ਜਾਣਾ ਸੀਗਾ। ਮਤਲਬ ਕਾਫੀ ਵਾਰ ਅਸੀਂ ਗਵਰਨਮੈਂਟ ਕੋਲ ਜਾਂਦੇ ਰਹੇ। ਪਹਿਲਾਂ ਜਿਹੜੀਆਂ ਸਰਕਾਰਾਂ ਸੀਗੀਆਂ, ਅਕਾਲੀ ਸਰਕਾਰ ਹੋ ਗਈ ਜੀ, ਕਾਂਗਰਸ ਸਰਕਾਰ ਹੋ ਗਈ, ਔਰ ਜਿਹੜੇ ਆਪਣੇ ਸੈਨਿਕ ਵੈਲਫੇਅਰ ਦਫ਼ਤਰ ਹੈ ਸਾਰਿਆਂ 'ਚ ਅਸੀਂ ਘੁੰਮ ਕੇ DC ਹੋ ਗਿਆ ਜੀ, ਸਾਰਿਆਂ ਦੇ ਕੋਲ ਅਸੀਂ ਜਾਂਦੇ ਰਹਿੰਦੇ ਹਾਂ। ਇਹ ਸਾਨੂੰ ਕੋਈ ਇਨਸਾਫ ਦੀ ਕੋਈ ਗੱਲ ਨਹੀਂ ਕਰਦੇ ਹੈ ਜੀ। ਆਪਣੀ ਉਹਨਾਂ ਜਾਨ ਦੇਈ, ਆਪਣੇ ਉਹ ਬੱਚੇ ਦੇਸ਼ ਦੇ ਭਰੋਸੇ ਛੱਡ ਗਿਆ ਸੀ ਤਾਂ ਉਹ ਦੇਸ਼ ਨੇ ਕੋਈ ਉਹਦੀ ਬਾਂਹ ਫੜੀ ਨਹੀਂ ਹੈ ਕਿਸੇ ਦੀ, ਤਾਂ ਬੱਚੇ ਇੱਦਾਂ ਹੀ ਰੁਲਦੇ ਰਹੇ। ਤਾਂ ਫਿਰ ਉਹ ਬੱਚਿਆਂ ਨੂੰ ਸਰਕਾਰ ਨੂੰ ਸਾਡੀ ਉਮੀਦ ਹੈ ਵੀ ਸਰਕਾਰ ਇਹ ਸਾਡੀ ਜਿਹੜੀ ਮੰਗ ਹੈ ਇਹ ਸੁਣੂਗੀ। ਕੋਈ ਬੜੀ ਮੰਗ ਵੀ ਨਹੀਂ ਹੈ ਜੀ, ਵੀ ਸਾਨੂੰ ਨਹੀਂ ਲੱਗਦਾ ਕਿ ਸਾਨੂੰ ਦੇਸ਼ ਦੀ ਰਾਖੀ ਵਾਸਤੇ ਕੁਝ ਕਰਨਾ ਚਾਹੀਦਾ ਹੈ ਕਿ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਕੋਈ ਸਾਂਭਦਾ ਨਹੀਂ ਹੈ ਜੀ। ਲਾਸਟ ਰਿਜ਼ੋਰਟ ਤਾਂ ਆਪਣੇ ਸਿਸਟਮ ਦੇ ਹਿਸਾਬ ਨਾਲ ਸਾਡੇ ਕੋਲ ਧਰਨਾ ਹੈਗਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ TV ਪੰਜਾਬ। ਮੈਂ ਹਾਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਆਸ਼ਕ। ਅਕਸਰ ਲੋਕ ਆਪਣੇ ਦੇਸ਼ ਲਈ ਮਰਨ ਮਿਟਣ ਨੂੰ ਤਿਆਰ ਹੋ ਜਾਂਦੇ ਨੇ, ਕਦੇ ਵੀ ਝਿਜਕਦੇ ਨਹੀਂ। ਖਾਸ ਕਰਕੇ ਜੇ ਗੱਲ ਕਰੀਏ ਸਾਡੇ ਦੇਸ਼ ਦੀ ਆਰਮੀ ਜੋ ਸਾਡੀ ਰੱਖਿਆ ਕਰਦੀ ਹੈ, ਸਾਡੇ ਦੇਸ਼ ਦੀ ਰੱਖਿਆ ਕਰਦੀ ਹੈ, ਸਾਡੇ ਸਵੈਮਾਨ ਦੀ ਰੱਖਿਆ ਕਰਦੀ ਹੈ, ਸਾਡੇ ਅਭਿਮਾਨ ਦੀ ਰੱਖਿਆ ਕਰਦੀ ਹੈ। ਪਰ ਉਸ ਤੋਂ ਬਾਅਦ ਵੀ ਜਦ ਕੁਰਬਾਨੀ ਦੇਣ ਵਾਲਿਆਂ ਦੇ ਪਰਿਵਾਰਾਂ ਨੂੰ ਭਟਕਣਾ ਪਵੇ ਜਾਂ ਦੇਸ਼ ਲਈ ਜੰਗ ਲੜਨ ਵਾਲਿਆਂ ਨੂੰ ਰਿਟਾਇਰਮੈਂਟ ਤੋਂ ਬਾਅਦ ਭਟਕਣਾ ਪਵੇ ਤਾਂ ਅਫਸੋਸ ਤਾਂ ਜ਼ਰੂਰ ਹੁੰਦਾ ਹੈ। ਅੱਜ ਸਾਡੇ ਨਾਲ ਕੁਝ ਐਸੇ ਲੋਕ ਨੇ ਜਿਨ੍ਹਾਂ ਚਰਚਾ ਕਰਾਂਗੇ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜਾਂ ਉਹ ਖੁਦ ਸੰਨ 72 ਦੇ ਸੰਨ 71 ਸੰਨ 62 ਤੇ ਸੰਨ 65 ਦੀ ਲੜਾਈ ਦੇ ਵਿੱਚ ਲੜ ਚੁੱਕੇ ਨੇ ਜਾਂ ਉਹਨਾਂ ਦੇ ਪਰਿਵਾਰ ਲੜ ਕੇ ਸ਼ਹੀਦ ਹੋ ਚੁੱਕੇ ਨੇ, ਪਰ ਅੱਜ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਸਰਕਾਰ ਗੱਲ ਕਰਦੀ ਹੈ 10 ਏਕੜ ਜ਼ਮੀਨ ਦੇਣ ਦੀ, ਕਈਆਂ ਨੂੰ ਮਿਲ ਜਾਂਦੀ ਆ, ਪਰ 161 ਦੇ ਕਰੀਬ ਐਸੇ ਪਰਿਵਾਰ ਨੇ ਜਿਨ੍ਹਾਂ ਨੂੰ ਸਹੂਲਤ ਨਹੀਂ ਮਿਲੀ। ਉਸ ਤੋਂ ਬਾਅਦ ਫਿਰ 50 ਲੱਖ ਰੁਪਏ ਦੇਣ ਦੀ ਗੱਲ ਆਈ ਤੇ ਹੁਣ ਜਦ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸ਼ਹੀਦਾਂ ਦੇ ਪਰਿਵਾਰਾਂ ਨੂੰ ਜਾਂ ਸ਼ਹੀਦਾਂ ਨੂੰ, ਪਰ ਅਜਿਹਾ ਹਜੇ ਤੱਕ ਇਹਨਾਂ 161 ਜਾਣਿਆਂ ਦੇ ਪਰਿਵਾਰਾਂ ਨੂੰ ਨਹੀਂ ਮਿਲਿਆ, ਜੋ 161 ਪਰਿਵਾਰ ਨੇ ਉਹਨਾਂ ਨੂੰ। ਸੋ ਉਹਨਾਂ ਦੇ ਵਿੱਚੋਂ 2 ਜਾਣੇ ਸਾਡੇ ਨਾਲ ਨੇ। ਇੱਕ ਸਾਡੇ ਨਾਲ ਕਰਨੈਲ ਸਿੰਘ ਵੇਦਵਾਨ ਨੇ, ਜਿਹੜੇ ਖੁਦ ਲੜਾਈ ਲੜ ਚੁੱਕੇ ਨੇ, ਆਪਣੇ ਪਰਿਵਾਰ ਨੂੰ ਵਾਰ ਚੁੱਕੇ ਨੇ। 4 ਭਾਈ ਉਹਨਾਂ ਦੀ ਲੜਾਈ ਦੇ ਵਿੱਚ ਸੀਗੇ ਤੇ ਆਪ ਖੁਦ ਬਚੇ ਨੇ ਤੇ ਜਿਹੜੇ 3 ਉਹਨਾਂ ਦੀ ਡੈਥ ਹੋ ਜਾਂਦੀ ਹੈ। ਉਸ ਤੋਂ ਇਲਾਵਾ ਹਰਨੇਕ ਸਿੰਘ ਸਾਡੇ ਨਾਲ ਨੇ, ਜਿਹੜੇ ਕਿ ਆਪਣੇ ਪਰਿਵਾਰ, ਆਪਣੇ ਪਿਤਾ ਨੂੰ ਇਸ ਜੰਗ ਦੇ ਵਿੱਚ ਖੋ ਚੁੱਕੇ ਸੀ। ਅੱਜ ਵੀ ਉਹ ਇਨਸਾਫ ਦੀ ਉਡੀਕ ਦੇ ਵਿੱਚ ਨੇ। ਆਓ ਉਹਨਾਂ ਨਾਲ ਚਰਚਾ ਕਰ ਲੈਂਦੇ ਹਾਂ, ਗੱਲਬਾਤ ਕਰ ਲੈਂਦੇ ਹਾਂ। ਵੇਦਵਾਨ ਜੀ, ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਸਰਕਾਰਾਂ ਲਗਾਤਾਰ ਵਾਅਦੇ ਦਾਅਵੇ ਕਰਦੀਆਂ ਨੇ ਪਰ ਹਜੇ ਤੱਕ ਪੂਰੇ ਨਹੀਂ ਹੋਏ? ਦੇਖੋ ਜੀ, ਅਸੀਂ ਇਹ ਜਿਹੜੀ ਲੜਾਈ ਲੜ ਰਹੇ ਹਾਂ ਕਿਉਂਕਿ ਮੈਂ 1965-71 ਦੀ ਲੜਾਈ ਖੁਦ ਲੜੀ ਹੈ ਕਿਉਂਕਿ ਮੈਂ ਐਕਸ 에ਅਰਫੋਰਸ ਸੇ ਪ੍ਰੈਜ਼ੈਂਟਲੀ ਐਡਵੋਕੇਟ ਹੈ। ਅਸੀਂ ਸਾਨੂੰ ਦੇਖੋ ਕਿੰਨੇ ਸਾਲ ਹੋ ਗਏ 50-55 ਸਾਲ ਹੋ ਗਏ ਗਵਰਨਮੈਂਟ ਨੇ ਕੋਈ ਸਾਡੀ ਬਾਹ ਨਹੀਂ ਫੜੀ। ਸਾਨੂੰ ਧਰਨਾ ਲਾਣਾ ਪਿਆ ਸੀ ਕਿ ਆਪਣੇ ਬਾਦਲ ਸਾਹਿਬ ਦੀ ਕੋਠੀ ਦੇ ਮੂਹਰੇ ਉਹਨਾਂ ਨੇ ਸਾਡੀ ਡਿਮਾਂਡ ਮੰਨ ਲਈ ਸੀ ਕਿ ਤੁਹਾਨੂੰ 10-10 ਏਕੜ ਜ਼ਮੀਨ ਦੇਵਾਂਗੇ, ਲੇਕਿਨ ਫਿਰ ਉਹਨਾਂ ਨੇ ਬਹਾਨਾ ਲਾਇਆ ਕਿ ਤੁਹਾਨੂੰ ਜ਼ਮੀਨ ਦੇ ਦਈਏ ਪਰ ਤੁਹਾਡੀ ਛੱਡਣੀ ਨਹੀਂ ਗਵਰਨਮੈਂਟ ਨੇ। ਤੇ ਉਹਨਾਂ ਨੇ ਥੋੜ੍ਹੇ ਜਿਹੇ ਪੈਸੇ ਦੇ ਕੇ ਮਿਨੀਮਲ ਜਿਹੜਾ ਕਿ ਠੇਕਾ ਲਾ ਲਓ ਤੁਸੀਂ, ਉਹਨਾਂ ਕੁ ਸਾਨੂੰ ਦੇ ਕੇ ਕੰਮ ਚਲਾਇਆ ਤੇ ਮੁੜ ਕੇ ਸਾਨੂੰ ਬਹਾਨਾ ਲਾ ਦਿਆ ਫਿਰ ਦੇਖਾਂਗੇ। ਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਦਾ ਵੀ ਉੱਥੇ ਧਰਨਾ ਲੱਗਿਆ ਹੋਇਆ ਸੀ। ਉਹਨੇ ਅਨਾਉਂਸ ਕੀਤਾ ਕਿ ਜਦੋਂ ਮੇਰੀ ਸਰਕਾਰ ਆ ਗਈ ਮੈਂ ਤੁਹਾਨੂੰ 1 ਕਰੋੜ ਤੇ ਘਰ ਦੇ ਨੂੰ ਹਰ ਇੱਕ ਬੰਦੇ ਨੂੰ ਨੌਕਰੀ ਦਊਂਗਾ, ਜਿਹਦੇ ਕਰਕੇ ਅਸੀਂ ਹੁਣ ਦੁਬਾਰੇ ਉਮੀਦ ਰੱਖਦੇ ਹਾਂ ਕਿ ਆਪ ਦੀ ਸਰਕਾਰ ਆਈ, ਆਮ ਆਦਮੀ ਦੀ ਸਰਕਾਰ ਹੈ, ਇਹਨਾਂ ਨੇ 1 ਕਰੋੜ ਰੁਪਈਆ ਦਿੱਤਾ ਤੇ ਇਹ ਤੇ ਜ਼ਮੀਨਾਂ ਦੀ ਜਿਹੜੀ ਸਮੱਸਿਆ ਸੀਗੀ ਇਹ ਜ਼ਮੀਨਾਂ ਫਟਾਫਟ ਛਡਾ ਰਹੇ ਹਨ ਜਿਹੜੀਆਂ ਵਿਹਲੀਆਂ ਪਈਆਂ ਸਰਕਾਰ ਦੀਆਂ। ਹੁਣ ਸਰਕਾਰ ਇਹਨਾਂ ਨੂੰ ਜਿਹੜੇ ਪੂਰੇ ਇਹ ਪਛੜੇ ਹੋਏ ਗਰੀਬ ਪਰਿਵਾਰ ਸੀਗੇ, ਦਲਿਤ ਪਰਿਵਾਰ ਸੀਗੇ, ਕੁਝ ਉਹਦੇ 'ਚ ਹੋਰ ਜਿਹੜੇ ਇਕਨੋਮਿਕਲੀ ਕਮਜ਼ੋਰ ਸੀਗੇ ਨਹੀਂ ਅਪਲਾਈ ਕਰ ਸਕੇ, ਉਹਨਾਂ ਦੀ ਜ਼ਮੀਨ ਜਿਹੜੀ ਉਹ ਰਹਿੰਦੀ ਹੈਗੀ 10-10 ਏਕੜ। ਅਸੀਂ ਰਿਕੁਐਸਟ ਕਰਦੇ ਹਾਂ ਕਿ ਇਸ ਗੌਰਮੈਂਟ ਨੂੰ ਕਿ 10 ਕਿੱਲੇ ਜ਼ਮੀਨ ਸਾਨੂੰ ਦੇ ਕੇ ਸਾਰਿਆਂ ਦਾ
ਇੱਜ਼ਤ ਕਰੇ। ਨਾਲੇ ਗੱਲ ਚਰਚਾ ਆਈ ਸੀ ਕਿ ਆਮ ਆਦਮੀ ਪਾਰਟੀ ਸਰਕਾਰੀ 1 ਕਰੋੜ ਰੁਪਈਆ ਦੇਣ ਦੀ ਵੀ ਗੱਲ ਕਰ ਰਹੀ ਹੈ ਕਿ ਕਰੋੜ ਦਿੱਤਾ ਜਾਵੇ, ਕੁਛ ਉੱਤੇ ਦੁਬਾਰਾ ਗੱਲਬਾਤ ਹੋਈ? ਨਹੀਂ, ਸਾਡੇ ਨਾਲ ਕੋਈ ਗੱਲ ਨਹੀਂ, ਉਹ ਤਾਂ ਪਿਛਲੇ ਕੇਸ ਤਾਂ ਦੇਖਦੇ ਹੀ ਨਹੀਂ, ਉਹ ਤਾਂ ਤਾਜ਼ਾ ਜੰਮਿਆ ਦੇਖਦੇ ਆ ਕੌਣ ਹੈਗਾ, ਜਿਹੜਾ ਕੋਈ ਤਾਜ਼ਾ ਸ਼ਹੀਦ ਹੋਇਆ ਉਹਨੂੰ ਦੇ ਰਹੇ ਆ। ਘੱਟੋ ਘੱਟ ਜਦੋਂ ਕਿ ਉਹਨਾਂ ਕੋਲ ਸ਼ਹੀਦਾਂ ਦੀ ਲਿਸਟ ਹੈਗੀ, ਕੋਈ ਵੀ ਜੇ ਬੰਦਾ ਕੋਈ ਚੀਜ਼ ਕਿਸੇ ਦੀ ਪੈਂਡਿੰਗ ਹੁੰਦੀ ਹੈ ਉਹ ਚੈੱਕਅਪ ਕਰਦੇ ਆ ਕਿ ਚਾਂ ਜੀ ਇਹ ਤਾਂ ਬਚੇ ਹੋਏ ਆ, ਇਹਨਾਂ ਨੂੰ ਦੇਣਾ ਚਾਹੀਦਾ। ਸਾਡਾ ਤਾਂ 50 ਸਾਲ ਦਾ ਜੇ ਹਰਜਾਨਾ ਹੀ ਲਾ ਲਓ ਤੁਸੀਂ, ਜੇ 65 ਤੋਂ ਮਗਰੋਂ ਹੁਣ ਕੋਈ ਪੇਮੈਂਟ ਕਰ ਰਿਹਾ ਹੈਗਾ ਤਾਂ ਉਹਦਾ 10 ਸਾਲ ਦੇ 10 ਕਿੱਲਿਆਂ ਦਾ ਠੇਕਾ ਕਿੰਨਾ ਹੋ ਗਿਆ। ਕੁਝ ਬਹੁਤ ਹੀ ਗਰੀਬ ਪਰਿਵਾਰ ਹੈ, ਜੇ ਉਹਨਾਂ ਨੂੰ 10 ਕਿੱਲੇ ਉਸ ਟਾਈਮ ਮਿਲ ਜਾਂਦੇ ਤਾਂ ਉਹਨਾਂ ਦੀ ਇਕਨੋਮਿਕ ਸਟੇਟਸ ਕਿੱਥੇ ਚਲਾ ਜਾਣਾ ਸੀਗਾ। ਇਸ ਕਰਕੇ ਵੀ ਸਾਡੀ ਮਾਨ ਸਰਕਾਰ ਅੱਗੇ ਬੇਨਤੀ ਹੈ ਕਿ ਉਹ ਇਹਨਾਂ ਦੀਆਂ ਮੰਗਾਂ ਸਾਡੀਆਂ ਪੂਰੀਆਂ ਕਰੇ। ਕਿਉਂ ਲੱਗਦਾ ਹੈ ਕਿ ਜਿਹੜਾ ਆ ਸਰਕਾਰ ਇਗਨੋਰ ਕਰ ਰਹੀ ਹੈ ਤੁਹਾਡਾ ਜਿਹੜੇ ਪਰਿਵਾਰਕ ਮੈਂਬਰ ਜਾਂ ਸ਼ਹੀਦ ਹੁੰਦੇ ਨੇ ਉਸ ਤੋਂ ਬਾਅਦ ਵੀ ਸਰਕਾਰ ਨਹੀਂ ਸੁਣਦੀ? ਕੀ ਸ਼ਹਾਦਤ ਦਾ ਇਹ ਮੁੱਲ ਪੈ ਰਿਹਾ? ਤੁਸੀਂ ਪ੍ਰੈਕਟੀਕਲੀ ਦੇਖੋ, ਹੁਣ ਮੂਸੇਵਾਲੇ ਸਿੱਧੇ ਦੇ ਉੱਤੇ ਸਾਰੀ ਦੋਏ ਗੌਰਮੈਂਟਾਂ ਲੱਗੀਆਂ ਹੋਈਆਂ, ਐਕਸ ਕਾਂਗਰਸ ਐਕਸ ਅਕਾਲੀਸ, ਤੇ ਜਿਹੜੇ 26 ਜਵਾਨ ਸਾਡੇ ਲਦਾਖ ਦੇ ਵਿੱਚ ਹੁਣੀ ਸ਼ਹੀਦ ਹੋ ਕੇ ਹਟੇ, ਜਿਹਨਾਂ ਚੋਂ 7 ਪੰਜਾਬ ਦੇ ਆ। ਕਿਸੇ ਦਾ ਮੂੰਹ ਨਹੀਂ ਖੁੱਲਿਆ। ਉਤੇ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੇ ਪੋਲੀਟੀਕਲ ਲੀਡਰ ਹੈਗੇ ਇਹ ਸਿਰਫ ਆਪਣੇ ਮਤਲਬ ਲਈ ਕਿ ਅਸੀਂ ਭਗਵੰਤ ਮਾਨ ਦੀ ਗੌਰਮੈਂਟ ਨੂੰ ਡਾਊਨ ਕਰੀਏ ਤਾਂ ਕਿ ਇਹ ਇਕੱਲੇ ਮੂਸੇਵਾਲੇ ਦਾ ਗੀਤ ਗਾ ਰਹੇ ਹੈਗੇ। ਬਾਕੀ ਜਿਹੜੇ ਨੌਜਵਾਨ ਇਹ ਸ਼ਹੀਦ ਹੋਏ ਨੇ ਹੁਣੇ ਇੱਕ ਵੀਕ ਦੀ ਗੱਲ ਹੈਗੀ, ਇਹਨਾਂ ਦੀਆਂ ਡੈੱਡ ਬੋਡੀਆਂ ਆ ਗਈਆਂ ਤੇ ਇਹਨਾਂ ਬਾਰੇ ਕੋਈ ਗੱਲ ਨਹੀਂ ਕੀਤੀ ਜਾ ਰਹੀ। ਬਿਲਕੁਲ ਹਰਨੇਕ ਸਿੰਘ ਹੋਣਾ ਸਾਡੇ ਨਾਲ ਨੇ, ਇਹਨਾਂ ਦੇ ਪਰਿਵਾਰਕ ਮੈਂਬਰ ਵੀ ਜਿਹੜੇ ਸ਼ਹੀਦ ਹੁੰਦੇ ਨੇ। ਤੁਸੀਂ ਵੀ ਇਨਸਾਫ ਦੀ ਮੰਗ ਦੇ ਵਿੱਚ ਹੋ, ਕੀ ਲੱਗਦਾ ਕਿਉਂ ਇਨਸਾਫ ਨਹੀਂ ਮਿਲ ਰਿਹਾ? ਸਰ ਸਾਨੂੰ ਮਤਲਬ ਕਾਫੀ ਵਾਰ ਅਸੀਂ ਗਵਰਨਮੈਂਟ ਕੋਲ ਜਾਂਦੇ ਰਹੇ, ਪਹਿਲਾਂ ਜੋ ਸਰਕਾਰਾਂ ਸੀਗੀਆਂ, ਅਕਾਲੀ ਸਰਕਾਰ ਹੋ ਗਈ ਜੀ, ਕਾਂਗਰਸ ਸਰਕਾਰ ਹੋ ਗਈ, ਔਰ ਜਿਹੜੇ ਆਪਣੇ ਸੈਨਿਕ ਵੈਲਫੇਅਰ ਦਫ਼ਤਰ ਹੈ ਸਾਰਿਆਂ 'ਚ ਅਸੀਂ ਘੁੰਮ ਕੇ, ਡੀਸੀ ਹੋ ਗਿਆ ਜੀ, ਸਾਰਿਆਂ ਦੇ ਕੋਲ ਅਸੀਂ ਜਾਂਦੇ ਰਹਿੰਦੇ ਹਾਂ। ਇਹ ਸਾਨੂੰ ਕੋਈ ਇਨਸਾਫ ਦੀ ਕੋਈ ਗੱਲ ਨਹੀਂ ਕਰਦੇ ਹੈ ਜੀ। ਹੁਣ ਇਹ ਗੱਲ ਹੈ ਵੀ ਹੁਣ ਜਿੱਦਾਂ ਆਪ ਸਰਕਾਰ ਆਈ ਹੈ, ਇਹਨਾਂ ਦੇ ਕੋਲ ਜਾ ਕੇ ਹੁਣ ਅਸੀਂ ਇਹਨਾਂ ਨੂੰ ਵੀ ਕਹਿਣਾ ਵੀ ਸਾਡੀ ਜਿਹੜੀ ਮੰਗ ਹੈਗੀ 10 ਏਕੜ ਦੀ ਜੋ ਪੁਰਾਣੀ ਚੱਲੀ ਆ ਰਹੀ ਹੈ 1965 ਤੋਂ, ਔਰ ਸਾਡਾ ਜਿਹੜਾ ਕੇਸ ਹੈ ਪੈਂਡਿੰਗ ਪਿਆ ਹੈ ਪੂਰਨ ਵਿਭਾਗ ਮਾਲਵਾੜੀ ਵਿਭਾਗ ਸੈਕਟਰ 2 ਦੇ ਵਿੱਚ ਹੀ, ਤਾਂ ਉੱਥੇ ਜਿਹੜਾ ਸਾਨੂੰ ਵੀ ਉਹਨੂੰ ਦੇਖ ਕੇ ਸਾਡਾ ਜਿਹੜਾ ਸਾਰੇ ਲੋਕ 161 ਪਰਿਵਾਰ ਹੈ ਜੀ, ਉਹਨਾਂ ਦਾ ਕੇਸ ਜੇ ਨਿਬੇੜਿਆ ਜਾਵੇ ਜੀ, ਤਾਂ ਕਿ ਇਹ ਲੋਕਾਂ ਨੂੰ ਉਹਨਾਂ ਨੂੰ ਸਹੂਲਤ ਮਿਲੇ। ਵਿਚਾਰੇ ਉਹ ਮਤਲਬ 1965 1962 1971 ਤੋਂ ਪੀੜਤ ਪਰਿਵਾਰ ਹੈ ਜੀ, ਸਾਰੇ ਦੁਖੀ ਪਰਿਵਾਰ ਹੈ ਜੀ। ਬੱਚੇ ਉਹਨਾਂ ਦੇ ਸਟੇਟਸ ਨਹੀਂ ਬਣ ਸਕਿਆ ਜੀ। ਸਰਕਾਰ ਨੇ ਉਸ ਟਾਈਮ ਕਿਆ ਹੁੰਦਾ ਸੀ, ਪੈਨਸ਼ਨ ਹੁੰਦੀ ਸੀਗੀ 1500 ਰੁਪਈਆ ਜੀ, ਤਾਂ ਉਹ ਜਿਹੜਾ ਘਰ ਦਾ ਗੁਜ਼ਾਰਾ ਵੀ ਬੜਾ ਮੁਸ਼ਕਿਲ ਨਾਲ ਕਰਿਆ। ਜਿਹੜੇ ਉਹ ਵਿਧਵਾ ਸੀਗੀਆਂ, ਵੀਰ ਨਾਰੀਆਂ ਸੀਗੀਆਂ, ਬਾਕੀ ਬੱਚੇ ਪੜ੍ਹ ਨਹੀਂ ਲਿਖ ਸਕੇ ਜੀ। ਉਹ ਫਿਰ ਸਾਰਿਆਂ ਦਾ ਜਿਹੜਾ ਪਰਿਵਾਰ ਸਟੈਂਡਰਡ ਸੀਗਾ ਡਾਊਨ ਰਿਹਾ ਜੀ। ਹੁਣ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਹੈ ਜੀ। ਹੁਣ ਅਸੀਂ ਸਰਕਾਰਾਂ ਤੇ ਅਕਾਲੀ ਸਰਕਾਰ ਕੋਲ ਵੀ ਕਈ ਵਾਰੀ ਜਾ ਚੁੱਕੇ ਹਾਂ, ਕਾਂਗਰਸ ਕੋਲ ਵੀ ਜਾ ਚੁੱਕੇ ਹਾਂ, ਹੁਣ ਆਪ ਸਰਕਾਰ ਕੋਲ ਵੀ ਅਸੀਂ ਮੰਗ ਪੱਤਰ ਦੇਣਾ ਹੈ ਔਰ ਉਹਨਾਂ ਨੂੰ ਵੀ ਇਹ ਅਰਜ਼ ਗੁਜ਼ਾਰ ਰਹੇ ਹਾਂ। ਬਾਕੀ ਉਹਨਾਂ ਦਾ ਬਿਆਨ ਇਹ ਆਇਆ ਹੋਇਆ ਵੀ ਅਸੀਂ 1 ਕਰੋੜ ਰੁਪਇਆ ਸ਼ਹੀਦ ਪਰਿਵਾਰਾਂ ਨੂੰ ਦੇਵਾਂਗੇ, ਔਰ ਸਾਡੇ ਨਾਲ ਵੀ ਉਹਨਾਂ ਨੇ ਚੋਣ ਦੇ ਦੌਰਾਨ ਵਾਅਦਾ ਕੀਤਾ ਸੀ ਕਿ 1 ਕਰੋੜ ਰੁਪਇਆ ਅਸੀਂ ਪਰਿਵਾਰ ਨੂੰ ਮਦਦ ਦੇਵਾਂਗੇ। ਬਾਕੀ ਜਿਹੜੀਆਂ ਹੋਰ ਦਿੱਕਤਾਂ ਹੈ, ਹੋਰ ਪ੍ਰੋਬਲਮ ਹੈ, ਉਹ ਅਸੀਂ ਨਾਲ ਸੋਲਵ ਕਰਾਂਗੇ। ਵੀ ਜਿੱਦਾਂ ਹੁਣ ਕਈ ਪਰਿਵਾਰਾਂ ਨੂੰ ਪੈਟਰੋਲ ਪੰਪ ਵੀ ਦਿੱਤੇ ਹੈ ਸਰਕਾਰ ਨੇ, ਔਰ ਗੈਸ ਏਜੰਸੀਆਂ ਦੇ ਲਾਇਸੈਂਸ ਵੀ ਦਿੱਤੇ ਹੈ, ਨੌਕਰੀਆਂ ਵੀ ਦਿੱਤੀਆਂ ਹੈ। ਕੁਛ ਪਰਿਵਾਰ ਇੱਦਾਂ ਦੇ ਹੈ ਜਿਨ੍ਹਾਂ ਨੂੰ ਇੱਕ ਵੀ ਸਹੂਲਤ ਨਹੀਂ ਮਿਲੀ ਹੈ ਜੀ, ਸਿਰਫ ਉਹ ਗੁਜ਼ਾਰਾ ਪੈਨਸ਼ਨ 'ਤੇ ਕਰਕੇ ਗੁਜ਼ਰ ਗਏ। ਉਹਨਾਂ ਦੇ ਪਰਿਵਾਰਕ ਮੈਂਬਰ ਹੈਗੇ ਤਾਂ ਉਹ ਪੜ੍ਹ ਨਹੀਂ ਲਿਖ ਸਕੇ। ਉਹ ਸਰਕਾਰ ਨੇ ਉਹਨਾਂ ਦਾ ਕੋਈ ਧਿਆਨ ਨਹੀਂ ਦਿਆ ਹੈ ਜੀ। ਪੂਰੀ ਮਤਲਬ ਜ਼ਿੰਦਗੀ ਉਹਨਾਂ ਦੀ ਬੇਕਾਰ ਹੀ ਹੋ ਗਈ। ਇੱਕ ਸ਼ਹੀਦ ਹੋਣ ਤੋਂ ਬਾਅਦ ਬੰਦੇ ਦੀ ਦੇਖੋ ਸਮਾਜ ਦੇ ਵਿੱਚ, ਉਸ ਦੇਸ਼ ਦੇ ਵਿੱਚ, ਉਸ ਸਟੇਟ ਦੇ ਵਿੱਚ ਕੋਈ ਇੱਜ਼ਤ ਹੋਣੀ ਚਾਹੀਦੀ ਹੈ। ਪਰ ਜਾਨ ਦੇ ਕੇ ਉਹਨੇ ਨੌਕਰੀ ਨਿਭਾਈ। ਦੇਖੋ ਆਪਣੀ ਉਹਨੇ ਜਾਨ ਦਈ, ਆਪਣੇ ਉਹ ਬੱਚੇ ਦੇਸ਼ ਦੇ ਭਰੋਸੇ ਛੱਡ ਗਿਆ ਸੀ, ਤਾਂ ਉਹ ਦੇਸ਼ ਨੇ ਕੋਈ ਉਹਦੀ ਬਾਂਹ ਫੜੀ ਨਹੀਂ ਹੈ ਕਿਸੇ ਦੀ, ਤਾਂ ਬੱਚੇ ਇੱਦਾਂ ਹੀ ਰੁਲਦੇ ਰਹੇ। ਤਾਂ ਫਿਰ ਉਹ ਬੱਚਿਆਂ ਨੂੰ ਹੁਣ ਸਰਕਾਰ ਨੂੰ ਸਾਡੀ ਉਮੀਦ ਹੈ ਵੀ ਸਰਕਾਰ ਇਹ ਸਾਡੀ ਜਿਹੜੀ ਮੰਗ ਹੈ ਇਹ ਸੁਣੂਗੀ। ਕੋਈ ਬੜੀ ਮੰਗ ਵੀ ਨਹੀਂ ਹੈ ਜੀ, ਕਿਉਂਕਿ ਜਿਸ ਟਾਈਮ ਤੋਂ ਅਸੀਂ ਰਹਿ ਚੁੱਕੇ ਹਾਂ, ਮਤਲਬ ਉੱਥੋਂ ਅੱਜ ਤੱਕ ਅਗਰ ਆਪਾਂ ਹਿਸਾਬ ਦਾ ਲਾਈਏ ਤਾਂ ਉਹ ਕੋਈ ਬੜੀ ਮਤਲਬ ਰਕਮ ਵੀ ਨਹੀਂ ਬਣਦੀ ਹੈ, ਕੋਈ ਮੁੱਲ ਨਹੀਂ ਹੈ। ਸਰਕਾਰ ਕੋਲ ਆਲਰੇਡੀ ਜ਼ਮੀਨਾਂ ਪਈਆਂ ਹੈ, ਉਹ ਨਜਾਇਜ਼ ਲੋਕਾਂ ਨੇ ਦੱਬੀਆਂ ਹੋਈਆਂ। ਜੋ ਪਹਿਲਾਂ ਹੀ ਸਹੂਲਤਾਂ ਵਿੱਚ ਸੀਗੇ ਉਹਨਾਂ ਕੋਲ ਵੀ ਜ਼ਮੀਨਾਂ 10-10 ਏਕੜ ਉਹਨਾਂ ਨੇ ਆਪ ਦੱਬੇ ਹੋਏ ਆ, ਜਾਂ 20-20, ਕਿਸੇ ਕੋਲ 50-50 ਪਏ ਹੈ। ਸਰਕਾਰ ਨੂੰ ਇਹ ਚਾਹੀਦਾ ਕਿ ਉਹਨਾਂ ਤੋਂ ਫ੍ਰੀ ਕਰਾਵੇ, ਔਰ ਜਿਹੜੇ ਆਪਣੇ ਆਮ ਲੋਕ ਹੈ ਉਹਨਾਂ ਦੇ ਵਿੱਚ ਤਕਸੀਮ ਕਰੇ ਜੀ। ਕਿਉਂਕਿ ਪਿਛਲੀ ਵਾਰੀ ਜਦੋਂ ਬਾਦਲ ਸਰਕਾਰ ਕੋਲ ਸਾਡਾ ਧਰਨਾ ਲੱਗਿਆ ਸੀਗਾ ਜੀ, ਤਾਂ ਉੱਥੇ ਬਾਦਲ ਸਰਕਾਰ ਨੇ ਸਾਨੂੰ ਜ਼ਮੀਨ ਦੇਣ ਵਾਸਤੇ 10-10 ਏਕੜ ਦੇਣ ਵਾਸਤੇ ਉਹਨਾਂ ਸਾਨੂੰ ਬਿਲਕੁਲ ਐਗਰੀ ਹੋ ਗਏ। ਉਹ ਕਹਿੰਦੇ ਵੀ ਸਾਡੇ ਕੋਲ ਜ਼ਮੀਨ ਵੀ ਪਈ ਹੈ,
ਤਾਂ ਫਿਰ ਉਹ ਜਦੋਂ ਜ਼ਮੀਨ ਦੀ ਲਿਸਟ ਬਣੀ ਸਾਰਿਆਂ ਦੀ, ਉਹ ਫਿਰ ਕਹਿਣ ਲੱਗੇ ਵੀ ਜ਼ਮੀਨ ਦਾ ਥੋੜ੍ਹਾ ਛਡਵਾਉਣਾ ਮੁਸ਼ਕਿਲ ਹੋ ਜਾਂਦਾ ਹੈ, ਤਾਂ ਕਿ ਉਹ ਇਸ ਕਰਕੇ ਕਹਿੰਦੇ ਸਾਨੂੰ ਹਲੇ ਕੁਛ ਰਾਸ਼ੀ ਅਸੀਂ ਮਦਦ ਵਾਸਤੇ ਦੇ ਦਿੰਦੇ ਆ ਵੀ ਜਿਹੜੀ ਜ਼ਮੀਨ ਦਾ ਕੰਮ ਹੈ ਉਹ ਬਾਅਦ 'ਚ ਤੁਹਾਡਾ ਅਸੀਂ ਹੌਲੀ ਹੌਲੀ ਨਿਬੇੜਾਂਗੇ। ਇੱਦਾਂ ਹੀ ਫਿਰ ਉਹਨਾਂ ਦੀ ਸਰਕਾਰ ਬਦਲ ਗਈ ਜੀ। ਫਿਰ ਕਾਂਗਰਸ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਦਿੱਤੀ। ਹੁਣ ਜਿਹੜੀ ਆਪ ਹੈ ਇਹ ਭਗਵੰਤ ਮਾਨ ਜੀ, ਅਸੀਂ ਉਹਨਾਂ ਦਾ ਬਹੁਤ ਮਤਲਬ ਸ਼ੁਕਰਗੁਜ਼ਾਰ ਕਰਾਂਗੇ ਅਗਰ ਸਾਡੀ ਬੇਨਤੀ ਨੂੰ ਇਹ ਪ੍ਰਵਾਨ ਕਰਨ। ਚਲੋ ਇੱਕ ਗੱਲ ਹੋਰ ਇੰਪੋਰਟੈਂਟ ਹੈਗੀ ਆ, ਵਿਦਵਾਨ ਜੀ ਤੋਂ ਵੀ ਜਾਣਨਾ ਚਾਹੁੰਦਾ, ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਸ਼ਹਾਦਤ ਦੇਣ ਲਈ ਜੇ ਇਸ ਤਰੀਕੇ ਨਾਲ ਫਿਰ ਆਪਣੇ ਹੱਕ ਲੈਣ ਲਈ ਭਟਕਣਾ ਪੈਂਦਾ ਸ਼ਹਾਦਤਾਂ ਦੇਣ ਤੋਂ ਬਾਅਦ ਵੀ, ਜਾਂ ਦੇਸ਼ ਲਈ ਲੜਨ ਮਰਨ ਤੋਂ ਬਾਅਦ ਵੀ, ਕਿ ਲੱਗਦਾ ਫਿਰ ਇਸ ਸਮੇਂ ਨੂੰ ਅੱਗੇ ਨੂੰ ਲੋਕ ਜਿਹੜੇ ਅੱਗੇ ਆਉਣਗੇ ਦੇਸ਼ ਦੇ? ਤੁਸੀਂ ਦੇਖੋ ਅੱਜ ਕੱਲ ਜਿਹੜੀ ਹੈਗੀ ਭਰਤੀ ਲੋਕ ਬਾਹਰ ਨੂੰ ਕਿਉਂ ਜਾ ਰਹੇ ਹੈ? ਅੱਗੇ ਆਮ ਜੱਟਾਂ ਦੇ ਘਰ ਦੇ ਵਿੱਚ ਅਸੀਂ 4 ਸੀਗੇ ਫੌਜ 'ਚ, 4 ਭਰਾ ਅਸੀਂ ਮਿਲਟਰੀ ਸੀਗੇ। ਹੁਣ ਤੁਸੀਂ ਦੇਖੋ ਗਾਹਾਂ ਨੂੰ ਕੋਈ ਬੱਚਾ ਭਰਤੀ ਹੋਣਾ ਨਹੀਂ ਚਾਹੁੰਦਾ, ਕਿਉਂਕਿ ਜਦੋਂ ਉਹ ਟ੍ਰੀਟਮੈਂਟ ਦੇਖ ਰਹੇ ਹੈ ਕਿ ਜਿਹੜਾ ਫੌਜੀਆਂ ਦਾ ਰਹਿਣਾ ਸਹਿਣਾ ਬਹੁਤ ਡਾਊਨ ਹੈਗਾ, ਉਹਨਾਂ ਦੇ ਨਾਲ ਦੇ ਜਿਹੜੇ ਦੂਜੇ ਲੋਕ ਨੇ ਉਹ ਕਿੰਨੀ ਤਰੱਕੀ ਕਰ ਚੁੱਕੇ। ਇਸ ਕਰਕੇ ਗੌਰਮੈਂਟ ਨੂੰ ਸਗੋਂ ਮਿਲਟਰੀ ਦਾ ਬਹੁਤ ਹੀ ਜ਼ਿਆਦਾ ਦੇਖਭਾਲ ਕਰਨੀ ਚਾਹੀਦੀ ਹੈ, ਤਾਂ ਕਿ ਬੇਸਿਕਲੀ ਤਾਂ ਦੇਸ਼ ਦੀ ਜਿਹੜੀ ਅਖੰਡਤਾ ਉਹਨੂੰ ਮਿਲਟਰੀ ਹੀ ਡਿਫੈਂਡ ਕਰਦੀ ਹੈ। ਹੁਣ ਤੁਸੀਂ ਪ੍ਰੈਕਟੀਕਲੀ ਦੇਖੋ ਜੋ ਫਰੀडम ਫਾਈਟਰ ਹੈ ਉਹਨਾਂ ਦੇ ਪੋਤੇ ਦੋਤੇ ਉਹਨਾਂ ਨੂੰ ਵੀ ਅੱਜ ਤੱਕ ਸਹੂਲਤਾਂ ਮਿਲ ਰਹੀਆਂ। ਮਿਲਟਰੀ ਵਾਲੇ ਦਾ ਆਪਣਾ ਹੱਕ ਲੈਣ ਲਈ ਉਹਨਾਂ ਦੇ ਜਿਹੜੇ ਵਾਰਸ ਹੈ ਉਹਨਾਂ ਨੂੰ ਵੀ ਧੱਕੇ ਖਾਣੇ ਪੈ ਰਹੇ ਹਨ। ਦਰ ਜਿਹੜੇ ਭਟਕਣੇ ਪੈ ਰਹੇ ਨੇ, ਕੀ ਤੁਸੀਂ ਆਪਣੇ ਹਰਨੇਕ ਜੀ ਕਿ ਆਉਣ ਵਾਲੀ ਨਸਲ ਜਾਂ ਪੀੜ੍ਹੀ ਨੂੰ ਜਾਂ ਆਪਣੇ ਪੁੱਤ ਨੂੰ ਕੀ ਫੌਜ 'ਚ ਭੇਜੋਗੇ ਜੇ ਹਾਲਾਤ ਬਣੇ? ਦੇਖੋ ਜੀ, ਸਾਨੂੰ ਮਤਲਬ ਜਿੱਦਾਂ ਹੁਣ ਜਿਹੜੇ ਦੁੱਖ ਅਸੀਂ ਕੱਟੇ ਆ ਸਾਡੇ ਫਾਦਰ ਤੋਂ ਗੁਜ਼ਰਨ ਤੋਂ ਬਾਅਦ, ਵੀ ਸਾਨੂੰ ਨਹੀਂ ਲੱਗਦਾ ਕਿ ਸਾਨੂੰ ਦੇਸ਼ ਦੀ ਰਾਖੀ ਵਾਸਤੇ ਕੁਝ ਕਰਨਾ ਚਾਹੀਦਾ ਹੈ, ਕਿ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਕੋਈ ਸਾਂਭਦਾ ਨਹੀਂ ਹੈ ਜੀ। ਕਿਉਂਕਿ ਉਹ ਵਿਚਾਰਾ ਤਾਂ ਸ਼ਹੀਦ ਹੋ ਜਾਂਦਾ ਹੈ, ਤਾਂ ਉਹਦਾ ਜਿਹੜਾ ਪਰਿਵਾਰ ਹੈ ਸਾਰਾ ਪਿੱਛੇ ਰੁਲ ਜਾਂਦਾ ਹੈ, ਜਦ ਕਿ ਦੇਸ਼ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਦੇਖਿਆ ਜਾਵੇ, ਪੜ੍ਹਾਈ ਲਿਖਾਈ ਦਾ ਦੇਖਿਆ ਜਾਵੇ। ਤਾਂ ਲੋਕ ਇਸ ਤਰ੍ਹਾਂ ਉਹਨਾਂ ਨੂੰ ਮਤਲਬ ਸਰਕਾਰ ਹੈ, ਬਾਕੀ ਦੁਨੀਆਦਾਰੀ ਹੈ ਜਿਹੜੀ, ਉਹ ਕੋਈ ਉਹਨਾਂ ਦੀ ਵੈਲਿਊ ਨਹੀਂ ਬਣਦੀ, ਉਹ ਪਿੱਛੇ ਹੀ ਰਹਿ ਜਾਂਦੇ ਆ ਪਰਿਵਾਰ ਕੁਰਬਾਨੀ ਕਰਕੇ ਵੀ। ਹੁਣ ਅਸੀਂ ਇਹੀ ਚਾਹੁੰਦੇ ਹਾਂ ਵੀ ਸਰਕਾਰਾਂ ਨੂੰ ਇਹਨਾਂ ਦੇ ਜਿਹੜੇ ਮਿਲਟਰੀ ਫੋਰਸ ਹੈਗੀਆਂ ਜਾਂ ਆਰਮੀ ਹੈ, ਇਹਨਾਂ ਦਾ ਮਤਲਬ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਜਿਹੜਾ ਵੀ ਬੰਦਾ ਥੋੜ੍ਹਾ ਜਿਹਾ ਵੀ ਸ਼ਹੀਦ ਹੁੰਦਾ ਹੈ ਤਾਂ ਕੁਛ ਵੀ ਕੋਈ ਕਿਤੇ ਦਿੱਕਤ ਆਉਂਦੀ ਹੈ ਤਾਂ ਉਹਨੂੰ ਵੱਧ ਤੋਂ ਵੱਧ ਸਹੂਲਤਾਂ ਦਿਓ, ਤਾਂ ਕਿ ਉਹ ਤਾਂ ਬੰਦਾ ਵਿਚਾਰਾ ਗੁਜ਼ਰ ਗਿਆ। ਬਿਲਕੁਲ ਜੀ, ਬੰਦਾ ਤਾਂ ਗੁਜ਼ਰ ਗਿਆ ਤੇ ਸਹੂਲਤਾਂ ਜਿਹੜੇ ਇੱਕ ਸਵਾਲ ਹੋਰ ਇੰਪੋਰਟੈਂਟ ਹੈ, ਕਿਤੇ ਇੱਕ ਜਿਹੜਾ MLA ਜਾਂ ਕੋਈ ਵੀ MP ਜਿਹੜਾ ਬਣਦਾ ਹੈ ਉਹਨੂੰ ਇੱਕ ਦੀ ਬਜਾਏ 10-10 ਪੈਨਸ਼ਨਾਂ ਵੀ ਮਿਲਦੀਆਂ ਪਈਆਂ ਨੇ ਤੇ ਪਰਿਵਾਰ ਇੱਥੇ ਫੌਜੀਆਂ ਦੇ ਭੁੱਖੇ। ਤੁਸੀਂ ਪ੍ਰੈਕਟੀਕਲੀ ਦੇਖੋ ਕਿ ਜਦੋਂ ਕਿ ਇਸ ਨੇ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਪੈਨਸ਼ਨ ਅਲਾਉ ਕਰਤੀ ਸੀਗੀ, ਗਵਰਨਰ ਸਾਹਿਬ ਨੇ ਉਹ ਚੱਕ ਕੇ ਫਾਈਲ ਅਜੇ ਵੀ ਸਾਈਨ ਨਹੀਂ ਕੀਤੀ ਤੇ ਉਹ ਕਹਿੰਦਾ ਨਹੀਂ ਜੀ ਚੱਲਣ ਤੋਂ ਪੈਨਸ਼ਨਾਂ ਜਿੰਨੀਆਂ ਮਿਲਦੀਆਂ ਦਈ ਜਾਓ, ਕਿਉਂਕਿ ਇਹਨਾਂ ਦਾ ਹਾਈ ਆਫੀਸ਼ੀਅਲਸ ਹੈ ਜਿਹੜਾ ਉਹਨਾਂ ਦੇ ਵੱਲ ਹੀ ਨੀਤ ਹੈ। ਤੁਸੀਂ ਪ੍ਰੈਕਟੀਕਲ ਦੇਖੋ ਕਿ ਜਿੰਨੇ ਫਾਰਮ ਹਾਊਸ ਜ਼ਮੀਨਾਂ ਦੱਬੀਆਂ ਹੋਈਆਂ ਬੜੇ ਲੋਕਾਂ ਨੇ, ਕਿਸੇ ਛੋਟੇ ਨੇ ਤਾਂ ਨਹੀਂ ਦੱਬੀ ਹੋਈ। ਇਸ ਕਰਕੇ ਵੀ ਇਹ ਥੱਲੇ ਨੂੰ ਆਉਣਾ ਹੀ ਨਹੀਂ ਚਾਹੁੰਦੇ, ਇਹ ਪ੍ਰੋਬਲਮ ਹੈ। ਸੋ ਹੁਣ ਕੀ ਐਕਸ਼ਨ ਰਹਿਣ ਵਾਲਾ ਤੁਹਾਡੇ ਵੱਲੋਂ, ਕਿਉਂਕਿ ਤੁਸੀਂ ਖੁਦ ਜੰਗੀ ਹੋ, ਤੁਸੀਂ ਖੁਦ ਲੜਾਈ ਲੜ ਕੇ ਆਏ, ਤੁਹਾਡੇ ਪਰਿਵਾਰ ਸ਼ਹੀਦ ਹੋਇਆ, ਤੁਸੀਂ ਕੀ ਐਕਸ਼ਨ? ਅਸੀਂ ਤਾਂ ਇਹੀ ਹੈਗੀ ਵੀ ਪਹਿਲਾਂ ਭਗਵੰਤ ਮਾਨ ਸਾਹਿਬ ਨੇ ਕੀਤਾ ਕਿ ਵੀ ਜਿਹਨੂੰ ਕੋਈ ਸਮੱਸਿਆ ਹੈਗੀ ਮੇਰੇ ਕੋਲ ਆਓ, ਅਸੀਂ ਥਰੂ ਪ੍ਰੋਪਰ ਚੈਨਲ ਉਹਦੇ ਕੋਲ ਜਾਵਾਂਗੇ। ਲਾਸਟ ਰਿਜ਼ੋਰਟ ਤਾਂ ਆਪਣੇ ਸਿਸਟਮ ਦੇ ਹਿਸਾਬ ਨਾਲ ਸਾਡੇ ਕੋਲ ਧਰਨਾ ਹੈਗਾ, ਜਿਵੇਂ ਅੱਗੇ ਅਸੀਂ ਲਾਇਆ ਸੀਗਾ ਅਸੀਂ ਧਰਨਾ ਲਾਵਾਂਗੇ। ਸਾਡੀ ਕੋਸ਼ਿਸ਼ ਹੈਗੀ ਕਿ ਸਾਨੂੰ ਬਿਨਾਂ ਧਰਨੇ ਤੋਂ, ਬਿਨਾਂ ਹਫੜਾ ਦਫੜੀ ਤੋਂ ਸਾਨੂੰ ਐਂਟਰਟੇਨ ਕੀਤਾ ਜਾਵੇ ਤੇ ਸਾਡੀ ਇਹ ਸਮੱਸਿਆ ਹੱਲ ਕੀਤੀ ਜਾਵੇ। ਜੀ ਤੁਸੀਂ ਕੀ ਕਰਨਾ? ਸਾਡੀ ਬਸ ਇਹੀ ਹੈ ਸਰਕਾਰ ਨੂੰ ਵੀ ਜਿੱਦਾਂ ਸ਼ਾਂਤੀ ਤਰੀਕੇ ਨਾਲ ਪਹਿਲਾਂ ਵੀ ਉਹਨਾਂ ਨੇ ਕੰਮ ਕਰੇ ਹੈ, ਜਿਹੜੇ ਲੋਕ ਹੁਣ ਥੋੜ੍ਹੇ ਆਪ ਸਰਕਾਰ ਤੋਂ ਖੁਸ਼ ਹੈ, ਤਾਂ ਅਸੀਂ ਵੀ ਚਾਹੁੰਦੇ ਹਾਂ ਕਿ ਸਾਨੂੰ ਵੀ ਨਾ ਨਿਰਾਸ਼ ਕਰਿਆ ਜਾਵੇ, ਸਾਨੂੰ ਵੀ ਕੋਈ ਗਲਤ ਸਟੈਪ ਵੀ ਨਾ ਚੱਕਣਾ ਪਵੇ ਜੀ, ਜਾਂ ਫਿਰ ਕੋਈ ਸਰਕਾਰ ਦੇ ਖਿਲਾਫ। ਆਪਾਂ ਨਹੀਂ ਚਾਹੁੰਦੇ ਕਿ ਅਸੀਂ ਤਾਂ ਸ਼ਾਂਤੀ ਬਣਾਉਣਾ ਹੀ ਚਾਹੁੰਦੇ ਹਾਂ, ਸਾਡੀ ਕੋਈ ਬੜੀ ਗੱਲ ਨਹੀਂ ਹੈਗੀ। ਇਹ 1965 ਤੋਂ ਵਿਚਾਰਨਯੋਗ ਦੀ ਗੱਲ ਹੈ ਵੀ ਇੰਨਾ ਲੰਬਾ ਸਮਾਂ ਪਹਿਲਾਂ ਹੀ ਇਹ ਹੈਰਾਨ ਹੋਏ ਆ ਵਿਚਾਰੇ, ਤਾਂ ਮੁੜ ਕੇ ਹੁਣ ਦੁਬਾਰਾ ਉਹਨਾਂ ਨੂੰ ਇੱਦਾਂ ਦੀ ਪਰੇਸ਼ਾਨੀ ਵਿੱਚ ਨਾ ਹੀ ਪਾਇਆ ਜਾਵੇ, ਤਾਂ ਕਿ ਜਿਹੜੀਆਂ 2-3 ਗੱਲਾਂ ਉਹਨਾਂ ਦੀਆਂ ਦਿੱਕਤਾਂ ਹੈ ਉਹ ਨਿਬੇੜ ਕੇ ਉਹਨਾਂ ਨੂੰ ਸਨਮਾਨ ਦਿੱਤਾ ਜਾਵੇ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਆ ਤੁਹਾਡਾ। ਉਮੀਦ ਕਰਦੇ ਹਾਂ ਕਿ ਸਰਕਾਰ ਤੁਹਾਡੀ ਸੁਣੇਗੀ, ਕਿਉਂਕਿ ਤੁਸੀਂ ਦੇਸ਼ ਦੇ ਰਖਵਾਲੇ ਹੋ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਇਹ ਸਾਡੇ ਨਾਲ ਸੀਗੇ ਵੇਦਵਾਨ ਜੀ ਤੇ ਨੇਕ ਜੀ, ਜਿਹੜੇ ਕਿ ਖੁਦ ਇੱਕ ਵੇਦਵਾਨ ਹੋਣੀ ਫਾਈਟਰ ਰਹੇ ਨੇ, ਇਹਨਾਂ ਦੇ ਪਰਿਵਾਰ ਵੀ ਸ਼ਹੀਦ ਹੁੰਦਾ ਤੇ ਉਧਰੋਂ ਨੇਕ ਜੀ ਹੋਣਾ ਦੇ ਪਰਿਵਾਰ ਵੀ ਜਿਹੜਾ ਉਹ ਸ਼ਹੀਦ ਹੋ ਜਾਂਦਾ। ਅੱਜ ਇਸ ਉਮੀਦ ਦੇ ਵਿੱਚ ਨੇ ਕਿ ਜਿਹੜੀ ਇਹਨਾਂ ਦੀ ਆਸਾਂ ਪੂਰੀਆਂ ਹੋਣਗੀਆਂ। ਪਿਛਲੀਆਂ ਸਰਕਾਰਾਂ ਨੇ ਜਿਸ ਤਰੀਕੇ ਨਾਲ ਲਾਰੇ 'ਚ ਰੱਖਿਆ, ਹੁਣ ਤੱਕ ਇਹ ਇੱਥੇ ਦੀ ਸਰਕਾਰ ਨਹੀਂ ਰੱਖੇਗੀ, ਕਿਉਂਕਿ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਗਈਆਂ ਨੇ, ਇਸ ਉਮੀਦ ਦੇ ਨਾਲ ਕਿ ਦੇਸ਼ ਪਿੱਛੇ ਇਹਨਾਂ ਨੂੰ ਸਾਂਭੇਗਾ, ਇਹਨਾਂ ਦੇ ਪਰਿਵਾਰ ਨੂੰ ਸਾਂਭੇਗਾ। ਪਰ ਅੱਜ ਜਦ ਆਪ ਦਰ ਜਿਹੜੇ ਧੱਕੇ ਖਾਣੇ ਪੈ ਰਹੇ ਨੇ ਤੇ ਫਿਰ ਕੌਣ ਆ
ਜਿਹੜਾ ਉਹ ਆਜ਼ਾਦੀ ਦੇ ਲਈ ਅੱਗੇ ਆਵੇਗਾ, ਕੌਣ ਆ ਜਿਹੜਾ ਦੇਸ਼ ਦੇ ਲਈ ਕੁਰਬਾਨੀ ਦੇਵੇਗਾ। ਤੇ ਇਹ ਸੋਚਣ ਵਾਲੀਆਂ ਗੱਲਾਂ ਜ਼ਰੂਰ ਨੇ। ਸਰਕਾਰ ਕੇਵਲ ਮੰਤਰੀ ਸੰਤਰੀਆਂ ਨੂੰ ਸਹੂਲਤਾਂ ਦੇਣ ਦੇ ਵਿੱਚ ਲੱਗੀ ਹੋਈ ਆ, ਪਰ ਦੇਸ਼ ਦੇ ਲਈ ਜਾਨਾਂ ਵਾਰਨ ਵਾਲਿਆਂ ਨੂੰ ਵੀ ਸਹੂਲਤਾਂ ਦੇਣੀਆਂ ਉਹ ਜ਼ਰੂਰੀ ਨੇ। ਸੋ ਦੇਖਦੇ ਰਹੋ ਟੀਵੀ ਪੰਜਾਬ, ਮੈਂ ਤੁਹਾਡਾ ਜਸਪ੍ਰੀਤ ਸਿੰਘ ਆਸ਼ਕ।